ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹੇ ਕਹੇ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਆਪਣੀ ਜ਼ਿੰਦਗੀ ਵਿੱਚ ਸੁੱਖ ਦੀ ਪ੍ਰਾਪਤੀ ਲਈ ਕਈ ਪ੍ਰਕਾਰ ਦੇ ਧਾਰਮਿਕ ਰਸਮਾਂ, ਧਾਰਮਿਕ ਕਰਮ ਕਰਦਾ ਹੈ। ਉਹਨਾਂ ਧਾਰਮਿਕ ਕਰਮਾਂ ਨੂੰ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੀ ਇਸ ਅਸ਼ਟਪਦੀ ਵਿੱਚ ਲਿਖਿਆ ਹੈ। ਮਨੁੱਖ ਦੇ ਅਕਸਰ ਇਹ ਦਿਮਾਗ ਵਿੱਚ ਹੁੰਦਾ ਹੈ, ਜੇ ਕਿਤੇ ਮੇਰਾ ਅੰਤਿਮ ਸਮਾਂ, ਸਰੀਰ ਦਾ ਸਮਾਂ ਕਿਤੇ ਤੀਰਥ ਸਥਾਨ ਤੇ ਜਾ ਕੇ ਮ੍ਰਿਤੂ ਹੋ ਜਾਏ ਤੇ ਹੋ ਸਕਦਾ ਹੈ ਮੈਂ ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਜਾਵਾਂ, ਕਿਉਂਕਿ ਪਹਿਲਾਂ ਬਨਾਰਸ ਵਿੱਚ, ਕਾਂਸ਼ੀ ਵਿੱਚ ਇਸ ਪ੍ਰਕਾਰ ਦਾ ਵਿਧਾਨ ਸੀ। ਉੱਥੇ ਇੱਕ ਆਰਾ ਰੱਖਿਆ ਹੋਇਆ ਸੀ। ਉਹ ਆਰੇ ਦੇ ਨਾਲ ਮਨੁੱਖ ਨੂੰ ਚੀਰਿਆ ਜਾਣਾ, ਉਹਦੇ ਸਰੀਰ ਨੂੰ, ਉਹਦੇ ਤੋਂ ਜਿੰਨਾ ਵੀ ਸਮਾਨ ਹੈ, ਉਹਦਾ ਸੋਨਾ, ਚਾਂਦੀ, ਧਨ ਦੌਲਤ, ਉਹ ਸਾਰਾ ਲੈ ਲਿਆ ਜਾਂਦਾ ਸੀ ਧਾਰਮਿਕ ਲੋਕਾਂ ਵੱਲੋਂ। ਔਰ ਉਹਨੂੰ ਇਹ ਆਸ਼ਵਾਸਨ ਦਿੱਤਾ ਜਾਂਦਾ ਸੀ, ਤੇਰਾ ਵਾਸਾ ਸ਼ਿਵਪੁਰੀ ਵਿੱਚ ਹੋਏਗਾ, ਕਿਉਂ ਤੇਰੇ ਜਿਹੜੇ ਪ੍ਰਾਣ ਨੇ ਉਹ ਕਾਸ਼ੀ ਵਿੱਚ ਨਿਕਲੇ ਨੇ। ਮਹਾਰਾਜ ਜੀ ਇੱਥੇ ਕਹਿੰਦੇ ਮਨ ਦੇ ਵਿੱਚ ਇਹ ਕਾਮਨਾ ਹੈ। ਕਾਮਨਾ ਦਾ ਮਤਲਬ ਹੈ ਇੱਛਾ। ਮਨ ਦੀ ਇਹ ਕਾਮਨਾ ਹੈ, ਉਹ ਜਿਹੜੀ ਮਨੁੱਖ ਦੀ ਇੱਛਾ ਹੈ, ਕਾਮਨਾ ਹੈ, ਉਹ ਪੈਦਾ ਹੁੰਦੀ ਹੈ ਕਿਸੇ ਨੂੰ ਵੇਖ ਕੇ ਜਾਂ ਕਿਸੇ ਬਾਰੇ ਸੁਣ ਕੇ। ਕਿਸੇ ਚੀਜ਼ ਬਾਰੇ ਬਹੁਤਾ ਸੁਣਿਆ, ਬਹੁਤ ਜ਼ਿਆਦਾ ਸੁਣਿਆ, ਦਿਲ ਕਰਦਾ ਉਸ ਨੂੰ ਪ੍ਰਾਪਤ ਕਰ ਲਿਆ ਜਾਏ, ਜਾਂ ਕਿਸੇ ਚੀਜ਼ ਨੂੰ ਵੇਖਿਆ ਹੈ, ਦਿਲ ਕਰਦਾ ਉਸ ਨੂੰ ਪ੍ਰਾਪਤ ਕਰ ਲਿਆ ਜਾਏ। ਮਨੁੱਖ ਦੀ ਇਹ ਕਾਮਨਾ ਰਹਿੰਦੀ ਹੈ, ਮੇਰੇ ਪ੍ਰਾਣ ਨੇ ਜਿਹੜੇ ਤੀਰਥਾਂ ਤੇ ਜਾ ਕੇ ਛੁੱਟਣ। ਔਰ ਕਈ ਵਾਰੀ ਆਮ ਕਰਕੇ ਲੋਕ ਇਹ ਮੰਨਦੇ ਵੀ ਨੇ, ਜਿਸ ਦੀ ਮੌਤ ਕਿਤੇ ਧਾਰਮਿਕ ਸਥਾਨ ਤੇ ਹੋਵੇ, ਇਹ ਕਹਿ ਦਿੱਤਾ ਜਾਂਦਾ ਹੈ ਇਹ ਤੇ ਹੁਣ ਸੱਚਖੰਡ ਨੂੰ ਪਹੁੰਚ ਗਿਆ ਹੋਏਗਾ, ਬੈਕੁੰਠ 'ਚ ਪਹੁੰਚ ਗਿਆ ਹੋਏਗਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਹੈ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਕਾਮਨਾ ਤੇ ਇਹ ਬਣੀ ਰਹਿੰਦੀ ਹੈ, ਪਰ
ਜਿਹੜੇ ਮਨੁੱਖ ਦੇ ਸਵਾਸ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਨਿਕਲੇ ਨੇ, ਕਿ ਉਸ ਤੋਂ ਪਹਿਲਾਂ ਉਹਦੇ ਮਨ ਦੇ ਵਿੱਚੋਂ ਹੰਕਾਰ ਨਿਕਲ ਗਿਆ ਸੀ? ਕਿਉਂਕਿ ਮਨੁੱਖ ਨੂੰ ਅਕਸਰ ਕੀਤੇ ਹੋਏ ਕਰਮਾਂ ਦਾ ਵੀ ਹੰਕਾਰ ਹੁੰਦਾ ਹੈ। ਜਿਹੜੇ ਵੀ ਮਨੁੱਖ ਕਰਮ ਕਰਦਾ ਹੈ, ਧਰਮ ਦੇ ਅਰਥ, ਸਮਾਜ ਦੇ ਅਰਥ, ਉਸ ਦਾ ਉਹ ਹੰਕਾਰ ਜ਼ਰੂਰ ਕਰਦਾ ਹੈ। ਜਿਵੇਂ ਧਰਮ ਦੇ ਅਰਥ ਹੁੰਦਾ ਹੈ ਦਾਨ ਦੇਣਾ, ਕਿਸੇ ਨੂੰ ਵਿੱਦਿਆ ਪੜ੍ਹਾਉਣੀ, ਯੱਗ ਕਰਵਾਉਣਾ, ਜਾਂ ਕਿਸੇ ਨੂੰ ਮਾਇਆ ਦੇ ਕੇ ਸੇਵਾ ਕਰਨੀ। ਇਹ ਜਿਹੜੇ ਕਰਮ ਨੇ ਇਹ ਧਰਮ ਦੇ ਅਰਥ ਨੇ। ਹੁਣ ਇਹ ਧਾਰਮਿਕ ਕਰਮ ਕਰਤੇ ਲਏ, ਪਰ ਕੀ ਇਹ ਧਾਰਮਿਕ ਕਰਮ ਕਰਦਿਆਂ ਅੰਦਰ ਹਉਮੈ ਦੀ ਮੈਲ ਹੈ ਸੀ ਜਾਂ ਨਹੀਂ, ਇਹ ਨਿਰਧਾਰਿਤ ਕਰੇਗਾ ਕਰਮ ਸਫਲ ਹੋਇਆ ਜਾਂ ਨਹੀਂ। ਕਿਉਂਕਿ ਬਹੁਤੀ ਵਾਰ ਮੈਂ ਆਪ ਜੀ ਨੂੰ ਪਹਿਲਾਂ ਵੀ ਇਹ ਸਾਖੀ ਸੁਣਾਈ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਂਦੇੜ ਸਾਹਿਬ ਦੀ ਧਰਤੀ ਤੇ ਨੇ। ਉੱਥੇ ਬਹਾਦਰ ਸ਼ਾਹ ਜ਼ਫਰ ਉਹਨਾਂ ਨੂੰ ਹੀਰਾ ਦਿੰਦਾ ਹੈ। ਜਿਵੇਂ ਉਹ ਹੀਰਾ ਦਿੰਦਾ ਹੈ, ਮਹਾਰਾਜ ਹੀਰੇ ਨੂੰ ਫੜਦੇ ਨੇ, ਫੜ ਕੇ ਨਾਲ ਇੱਕ ਨਦੀ ਵਗਦੀ ਹੈ ਗੋਦਾਵਰੀ, ਉਹਦੇ ਵਿੱਚ ਸੁੱਟ ਦਿੰਦੇ ਨੇ। ਹੁਣ ਬਹਾਦਰ ਸ਼ਾਹ ਦੇ ਮਨ ਵਿੱਚ ਦੇਣ ਤੋਂ ਪਹਿਲਾਂ ਹੀ ਇਹ ਵਾਲੀ ਭਾਵਨਾ ਹੈ, ਮੈਂ ਦੇ ਰਿਹਾ। ਗੱਲ ਇਹ ਹੈ। ਹੁਣ ਉਹਨੂੰ ਇਹ ਵੀ ਪਤਾ ਹੈ, ਉਹਦੀ ਨਜ਼ਰ ਦੇ ਵਿੱਚ ਉਹ ਹੀਰਾ ਬੇਸ਼ਕੀਮਤੀ ਹੈ। ਹੁਣ ਉਹ ਇਹ ਵੀ ਕਹਿ ਰਿਹਾ ਹੀਰਾ ਬੜਾ ਕੀਮਤੀ ਹੈ ਔਰ ਮੈਂ ਦੇ ਰਿਹਾ। ਦੂਜੀ ਗੱਲ, ਕੀਮਤ ਤੇ ਹੈ, ਦੂਜੀ ਗੱਲ ਦੇ ਮੈਂ ਰਿਹਾ। ਜਦੋਂ ਮਹਾਰਾਜ ਨੇ ਗੋਦਾਵਰੀ ਵਿੱਚ ਸੁੱਟਿਆ, ਮਹਾਰਾਜ ਨੂੰ ਕਹਿੰਦਾ ਹੈ, ਸਾਹਿਬ ਜੀ ਮੈਨੂੰ ਇਵੇਂ ਲੱਗਦਾ ਹੈ ਤੁਹਾਨੂੰ ਹੀਰੇ ਜਵਾਹਰਾਤਾਂ ਦੀ ਕਦਰ ਨਹੀਂ ਹੈ। ਮਹਾਰਾਜ ਕਹਿੰਦੇ ਗੁਰੂ ਨੂੰ ਕਦਰ ਤੇ ਹੀਰੇ ਜਵਾਹਰਾਤ ਕੀ, ਜੇ ਕੋਈ ਸ਼ਰਧਾ ਨਾਲ ਇੱਕ ਪੈਨੀ ਇੱਕ ਕੌਡੀ ਵੀ ਰੱਖਦੇ ਉਹਦੀ ਵੀ ਹੈ। ਇਹ ਨਹੀਂ ਗੁਰੂ ਕਿਤੇ ਬਹੁਤੀਆਂ ਪਰਮਾਤਮਾ ਦੇ ਦਰ ਤੇ ਬਹੁਤੀ ਮਾਇਆ ਐਕਸੈਪਟ ਕਰਦਾ ਹੈ ਪਰਮਾਤਮਾ, ਐਸਾ ਨਹੀਂ ਹੈ। ਇਹ ਨਹੀਂ ਹੈ ਉਹ ਸਵੀਕਾਰ ਕਰਦਾ ਬਹੁਤੀ ਮਾਇਆ, ਨਹੀਂ। ਉਹ ਸ਼ਰਧਾ ਅਤੇ ਪ੍ਰੇਮ ਨੂੰ ਸਵੀਕਾਰ ਕਰਦਾ ਹੈ। ਉਹ ਜਦੋਂ ਹੀਰਾ ਉਹਨੇ ਦਿੱਤਾ, ਮਹਾਰਾਜ ਨੇ ਸੁੱਟਿਆ, ਮਹਾਰਾਜ ਕਹਿੰਦੇ ਨੇ ਬਹਾਦਰ ਸ਼ਾਹ ਜਾ ਕੇ ਉਹ ਦਰਿਆ ਦੇ ਵਿੱਚ ਵੇਖ, ਉੱਥੋਂ ਲੱਭ ਜਾਏਗਾ। ਦਰਿਆ ਵਿੱਚ ਜਾ ਕੇ ਵੇਖਿਆ, ਦਰਿਆ ਵਿੱਚ ਉਹਨੂੰ ਐਸੇ ਲੱਗਿਆ ਜਿਵੇਂ ਸਾਰਾ ਦਰਿਆ ਹੀ ਹੀਰਿਆਂ ਦਾ ਭਰਿਆ ਹੋਇਆ ਹੈ। ਹੁਣ ਉਹ ਬਹਾਦਰ ਸ਼ਾਹ ਕਹਿੰਦਾ ਹੈ, ਆਇਆ ਮਹਾਰਾਜ ਦੇ ਕੋਲ, ਵਾਪਸ ਮੁੜ ਕੇ ਮਾਫੀ ਮੰਗਦਾ ਹੈ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਦਾਨ ਦੇਣ ਤੋਂ ਪਹਿਲਾਂ, ਧਾਰਮਿਕ ਸਥਾਨ ਤੇ ਕੋਈ ਚੀਜ਼ ਰੱਖਣ ਤੋਂ ਪਹਿਲਾਂ ਆਪਣੇ ਮਨ ਦੇ ਵਿੱਚੋਂ ਇਹ ਭਾਵਨਾ ਕੱਢ ਦੇਣੀ ਚਾਹੀਦੀ ਹੈ, ਇਹ ਮੈਂ ਦੇ ਰਿਹਾ। ਜਦੋਂ ਤਾਈਂ ਇਹ ਭਾਵਨਾ ਪਿੱਛੇ ਕੰਮ ਕਰਦੀ ਹੈ, ਦਿੱਤਾ ਹੋਇਆ ਦਾਨ ਵੀ ਵਿਅਰਥ ਚਲਿਆ ਜਾਂਦਾ ਹੈ, ਕੀਤੀ ਹੋਈ ਸੇਵਾ ਵੀ ਵਿਅਰਥ ਚਲੀ ਜਾਂਦੀ ਹੈ, ਜੇ ਕਿਤੇ ਪਿੱਛੇ ਹਉਮੈ ਆ ਜਾਏ। ਕਿਉਂ? ਕਿਉਂਕਿ ਸੇਵਾ, ਸਿਮਰਨ, ਦਾਨ ਇਹ ਕਰਨਾ ਹੀ ਤਾਂ ਹੈ ਤਾਂ ਜੋ ਅੰਦਰ ਹਉਮੈ ਨਿਕਲ ਜਾਏ, ਪਤਾ ਲੱਗ ਜਾਏ ਮੈਂ ਕੁਛ ਕਰਨ ਵਾਲਾ ਨਹੀਂ, ਤਾਂ ਹੀ ਤੇ ਇਹ ਕਰਨਾ ਹੈ। ਜੇ ਕਿਤੇ ਇਹਨਾਂ ਧਾਰਮਿਕ ਕਰਮਾਂ ਦੇ ਨਾਲ ਕਿਤੇ ਹਉਮੈ ਹੋਰ ਵੱਧ ਗਈ, ਫਿਰ ਤਾਂ ਸਗੋਂ ਨੁਕਸਾਨ ਹੋ ਗਿਆ ਦੇਣ ਦਾ। ਇਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ, ਕਈ ਵਾਰੀ ਮਨੁੱਖ ਦੇ ਕੋਲ ਮੱਤ ਥੋੜੀ ਹੋਏ ਨਾ,
ਚੰਗੀ ਚੀਜ਼ ਨੂੰ ਵੀ ਕੌਡੀਆਂ ਦੇ ਭਾਅ ਵੇਚ ਦਿੰਦਾ ਹੈ। ਐਸਾ ਹੀ ਹੈ, ਧਾਰਮਿਕ ਕਰਮ ਸੋਨੇ ਦੇ ਸਮਾਨ ਨੇ, ਬਹੁਤ ਮਹਿੰਗੇ ਨੇ। ਸੇਵਾ ਕਮਾਉਣੀ ਸਮਾਂ ਕੱਢ ਕੇ ਬਹੁਤ ਮਹਿੰਗੀ ਹੈ। ਜਪ ਕਰਨਾ ਬਹੁਤ ਮਹਿੰਗਾ ਹੈ, ਪਰ ਮਨੁੱਖ ਸਹਿਜੇ ਹੀ ਉਹਨੂੰ ਗਵਾ ਦਿੰਦਾ ਹੈ। ਪਹਿਲੀ ਗੱਲ, ਮਨ ਕਾਮਨਾ, ਮਨ ਦੇ ਵਿੱਚ ਇੱਛਾ ਹੈ ਅੰਤ ਸਮੇਂ ਕਿਤੇ ਪ੍ਰਾਣ ਕਿਸੇ ਤੀਰਥ ਸਥਾਨ ਤੇ ਨਿਕਲ ਜਾਣ ਤੇ ਸ਼ਾਇਦ ਸੱਚਖੰਡ 'ਚ ਵਾਸਾ ਹੋ ਜਾਏਗਾ। ਮਹਾਰਾਜ ਕਹਿੰਦੇ ਐਸਾ ਨਹੀਂ ਹੈ, ਕਿਉਂਕਿ ਤੀਰਥਾਂ ਤੇ ਪ੍ਰਾਣ ਨਿਕਲਣੇ ਨੇ, ਸਰੀਰ ਨਿਕਲਣਾ ਹੈ। ਮਨ ਤੇ ਜਿਹੜੇ ਵਿਕਾਰਾਂ ਵਿੱਚ ਫਸਿਆ ਉੱਥੇ ਹੀ ਫਸਿਆ। ਔਰ ਪਰਮਾਤਮਾ ਨੇ ਇਨਸਾਫ ਕਰਨਾ ਹੈ ਮਨੁੱਖ ਦੇ ਕੀਤੇ ਅਮਲਾਂ ਨੂੰ ਵੇਖ ਕੇ, ਨਾ ਕਿ ਸਰੀਰ ਨੂੰ ਵੇਖ ਕੇ। ਇਸ ਕਰਕੇ ਕਬੀਰ ਜੀ ਦਾ ਸ਼ਬਦ ਵੀ ਹੈ, ਉਹ ਕਹਿੰਦੇ ਨੇ ਐਸਾ ਵਿਚਾਰ ਚੱਲਦਾ ਹੁੰਦਾ ਸੀ, ਜਿਹੜਾ ਮਗਹਰ ਹੈ ਉਹਦੇ ਨਾਲ ਹੀ ਨਗਰ ਹੈ ਕਾਸ਼ੀ ਦੇ। ਜਿਹੜਾ ਉੱਥੇ ਜਾ ਕੇ ਮਰਦਾ ਹੈ ਉਹ ਨਰਕਾਂ ਨੂੰ ਜਾਂਦਾ ਹੈ। ਕਬੀਰ ਜੀ ਨੇ ਗੁਰਬਾਣੀ ਵਿੱਚ ਕਿਹਾ, ਕਾਸ਼ੀ ਮਗਹਰ ਸਮ ਵਿਚਾਰੀ। ਤੇ ਮੇਰੇ ਵਾਸਤੇ ਲੋਕਾਂ ਦਾ ਇਹ ਪ੍ਰਮਾਣ ਹੈ, ਸਗਲ ਜਨਮ ਸੇ ਪੁਰੀ ਬਿਤਾਇਆ, ਮਰਤੀ ਬਾਰ ਮਗਹਰ ਉਠਾਇਆ। ਕਬੀਰ ਜੀ ਲੋਕਾਂ ਦੇ ਇਸ ਭਰਮ ਨੂੰ ਤੋੜਨ ਦੇ ਲਈ ਕਹਿੰਦੇ ਅਸੀਂ ਸਾਰੀ ਉਮਰ ਕਾਸ਼ੀ ਰਹੇ, ਪਰ ਜੋ ਅੰਤ ਸਮਾਂ ਆਇਆ ਉੱਠ ਕੇ ਮਗਹਰ ਆ ਗਏ। ਸਿਰਫ ਇਹ ਭਰਮ ਤੋੜਨਾ ਸੀ। ਸਰੀਰ ਜੇ ਧਾਰਮਿਕ ਸਥਾਨ ਦੇ ਉੱਤੇ ਵੀ ਪ੍ਰਾਣ ਨਿਕਲ ਜਾਣ, ਇਹ ਜ਼ਰੂਰੀ ਨਹੀਂ ਹੈ ਉਹ ਮਨੁੱਖ ਕਿਤੇ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋਏਗਾ, ਐਸਾ ਨਹੀਂ ਹੈ। ਕਹਿੰਦੇ ਜੇ ਐਸਾ ਹੈ ਫਿਰ ਉਹ ਧਾਰਮਿਕ ਨਗਰੀ 'ਚ ਰਹਿਣ ਵਾਲੇ ਪਹਿਲਾਂ ਹੀ ਲੋਕ ਸਾਰੇ ਇਮਾਨਦਾਰ ਵੀ ਹੋਣਗੇ, ਭ੍ਰਸ਼ਟਾਚਾਰ ਮੁਕਤ ਵੀ ਹੋਣਗੇ। ਹੁਣ ਉੱਥੇ ਉਹ ਕਹਿੰਦੇ ਨੇ ਕਬੀਰ, ਗੰਗਾ ਤੀਰ ਜੇ ਘਰ ਕਰਹਿ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ, ਭਾਵੇਂ ਮਨੁੱਖ ਜਾ ਕੇ ਹਰਿਦੁਆਰ ਵੀ ਘਰ ਬਣਾ ਲਵੇ, ਭਾਵੇਂ ਉਹ ਹਰਿਮੰਦਰ ਸਾਹਿਬ ਰਹੇ, ਅੰਮ੍ਰਿਤਸਰ ਦੀ ਧਰਤੀ ਤੇ ਰਹੇ। ਇਹ ਜ਼ਰੂਰੀ ਨਹੀਂ ਹੈ ਧਰਤੀ ਕਿਸੇ ਤੇ ਵੀ ਰਹੇ, ਪਰ ਅਸਲ 'ਚ ਇਹ ਵੇਖਣਾ ਪਏਗਾ ਉਹਦਾ ਮਨ ਉਸ ਧਰਤੀ ਤੇ ਜਾ ਕੇ ਕਰਦਾ ਕੀ ਹੈ। ਕਿਉਂਕਿ ਮਾਨ ਸਰੋਵਰ ਤੇ ਜਾ ਕੇ ਹੰਸ ਜਿਹੜੇ ਹੁੰਦੇ ਨੇ ਹੀਰੇ ਮੋਤੀ ਚੁਗਦੇ ਨੇ, ਬਗਲੇ ਮਾਨ ਸਰੋਵਰ ਤੇ ਜਾ ਕੇ ਵੀ ਡੱਡੀਆਂ ਮੱਛੀਆਂ ਭਾਲਦੇ ਰਹਿੰਦੇ ਨੇ, ਕਿਉਂਕਿ ਬਿਰਤੀ ਐਸੀ ਹੈ। ਇਸ ਕਰਕੇ ਬਹੁਤ ਲੋਕ, ਬਹੁਤ ਦੁਨੀਆ, ਬੜੇ ਮਨੁੱਖ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਪਾਪ ਇਕੱਠਾ ਕਰਕੇ ਘਰ ਲੈ ਆਉਂਦੇ ਨੇ, ਮਾੜੇ ਕਰਮ ਕਰਕੇ ਆਉਂਦੇ ਨੇ। ਜਾਣਾ ਤੇ ਉੱਥੇ ਕਿਸੇ ਪਾਪ ਨੂੰ ਲਾਉਣ ਸੀ, ਕਿਸੇ ਮਾੜੇ ਕਰਮ ਨੂੰ ਉਤਾਰਨ ਸੀ, ਉੱਥੋਂ ਕੁਝ ਹੋਰ ਹੀ ਲੈ ਕੇ ਆ ਗਏ। ਤੀਰਥ ਨਹਾਵਣ ਜਾਓ, ਤਾਂ ਹੀ ਮਹਾਰਾਜ ਨੇ ਕਿਹਾ ਤੀਰਥ ਨਾਮ ਹੈ। ਦੁਨੀਆ ਦੇ ਉੱਤੇ ਸਭ ਤੋਂ ਵੱਡਾ ਤੀਰਥ ਪ੍ਰਭੂ ਦੀ ਬੰਦਗੀ ਹੈ। ਹੁਣ ਮਹਾਰਾਜ ਇੱਥੇ ਕਹਿੰਦੇ ਨੇ, ਸੋਚ ਕਰੈ ਦਿਨਸ ਅਰ ਰਾਤ। ਇੱਥੇ ਸੋਚ ਸ਼ਬਦ ਦਾ ਮਤਲਬ ਹੈ ਸੋਚ, ਇਸ਼ਨਾਨ ਕਰਨਾ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਿਉਂਕਿ ਅੱਜ ਜਿਹੜੀ ਗੁਰਬਾਣੀ ਇਸ ਪੌੜੀ ਦੀ ਕਥਾ ਹੈ, ਇਹ ਮਨ ਤੇ ਤਨ ਦੀ ਹੈ। ਜੇ ਦੁਨਿਆਵੀ ਤੌਰ ਤੇ ਕੁਝ ਕਮਾਉਣਾ ਹੈ, ਫਿਰ ਤਨ ਠੀਕ ਹੋਣਾ ਚਾਹੀਦਾ ਹੈ। ਤਨ ਚੰਗਾ ਹੋਏ, ਬਿਮਾਰੀ ਕੋਈ ਨਾ ਹੋਏ,
ਤਾਂ ਜਾ ਕੇ ਮਨੁੱਖ ਦੁਨਿਆਵੀ ਤੌਰ ਤੇ ਕੁਝ ਕਮਾ ਸਕਦਾ ਹੈ। ਜੇ ਧਾਰਮਿਕ ਤੌਰ ਤੇ ਕੋਈ ਪ੍ਰਭੂ ਦੀ ਬੰਦਗੀ ਕਰਨੀ ਹੈ, ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ, ਫਿਰ ਮਨ ਠੀਕ ਹੋਣਾ ਚਾਹੀਦਾ ਹੈ, ਮਨ ਨਿਰਮਲ ਹੋਣਾ ਚਾਹੀਦਾ ਹੈ। ਹੁਣ ਅਸਲ ਦੇ ਵਿੱਚ ਇਹ ਵੀ ਵਿਚਾਰ ਮਨੁੱਖਾਂ ਨੇ ਸ਼ੁਰੂ ਕੀਤਾ ਸ਼ਾਇਦ ਬਾਹਰੀ ਤੌਰ ਤੇ ਸਰੀਰ ਨੂੰ ਨਵਾਉਣ ਦੇ ਨਾਲ, ਬਾਰ-ਬਾਰ ਇਸ਼ਨਾਨ ਕਰਨ ਦੇ ਨਾਲ ਕਿਤੇ ਮਨ ਦੀ ਮੈਲ ਲਹਿ ਜਾਏਗੀ। ਪਰ ਅਸਲ 'ਚ ਸਾਧ ਸੰਗਤ, ਮਨ ਤੇ ਤਨ ਦੋਵੇਂ ਵੱਖੋ ਵੱਖ ਚੀਜ਼ਾਂ ਨੇ। ਸਵੇਰੇ ਉੱਠ ਕੇ ਮਨੁੱਖ ਇਸ਼ਨਾਨ ਕਰਦਾ ਹੈ। ਸਵੇਰੇ ਉੱਠ ਕੇ ਜਦੋਂ ਵੀ ਇਸ਼ਨਾਨ ਕਰੇ ਕਿ ਇਸ਼ਨਾਨ ਕਰਨ ਦੇ ਨਾਲ ਐਸਾ ਕਦੇ ਹੋਇਆ ਜਿਹੜੀ ਮਾੜੀ ਸੋਚ ਰਾਤ ਨੂੰ ਚੱਲਦੀ ਹੋਏ ਉਹ ਵੀ ਠੀਕ ਹੋ ਗਈ ਹੋਏ? ਨਹੀਂ ਹੁੰਦੀ। ਕਿਉਂਕਿ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਸਰੀਰ ਤੇ ਸਾਫ਼ ਹੋ ਜਾਏਗਾ, ਮਨ ਸਾਫ਼ ਨਹੀਂ ਹੁੰਦਾ। ਪਰ ਐਸਾ ਇਹ ਕਿਰਿਆ ਕੀਤੀ ਜਾਂਦੀ ਸੀ ਸਾਡੇ ਦੇਸ਼ 'ਚ, ਔਰ ਕਿਹਾ ਜਾਂਦਾ ਸੀ, ਜਿਵੇਂ ਸਿੱਧ ਗੋਸ਼ਟ ਦੇ ਵਿੱਚ ਜੋਗੀ ਕਹਿੰਦੇ ਨੇ ਮਹਾਰਾਜ ਨੂੰ, ਤੀਰਥ ਨਹਾਈਐ ਸੁਖ ਫਲ ਪਾਈਐ। ਕਹਿੰਦੇ ਜੇ ਤੀਰਥਾਂ ਤੇ ਨਹਾਈਏ ਸੁਖ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਅੱਜ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਇਹ ਮੰਨਿਆ ਜਾਂਦਾ ਹੈ ਸਿਰਫ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲ ਜਾਂਦੀ ਹੈ। ਮਹਾਰਾਜ ਨੇ ਜਿਸ ਦਿਨ ਬਾਣੀ ਦੀ ਆਰੰਭਤਾ ਕੀਤੀ, ਮੂਲ ਮੰਤਰ ਤੋਂ ਬਾਅਦ ਪਹਿਲੀ ਪੌੜੀ ਹੋਈ ਇਹ ਲਿਖੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਬਾਹਰੀ ਤੌਰ ਤੇ ਮਨੁੱਖ ਇਸ਼ਨਾਨ ਕਰੀ ਜਾਏ, ਕਹਿੰਦੇ ਨੇ ਉਹ ਸਾਫ਼ ਨਹੀਂ ਹੋ ਸਕਦਾ। ਜਿਵੇਂ ਇੱਕ ਪੱਥਰ ਹੈ, ਪੱਥਰ ਨੂੰ ਅਸੀਂ ਪਾਣੀ ਵਿੱਚ ਰੱਖ ਦਈਏ ਕਿ ਪੱਥਰ ਦੇ ਅੰਦਰ ਪਾਣੀ ਚਲਾ ਜਾਂਦਾ ਹੈ? ਨਹੀਂ, ਪੱਥਰ ਬਾਹਰੋਂ ਤੇ ਭਿੱਜ ਜਾਏਗਾ, ਗਿੱਲਾ ਲੱਗੇਗਾ, ਅੰਦਰੋਂ ਸੁੱਕਾ ਰਹਿੰਦਾ ਹੈ। ਐਵੇਂ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਸਰੀਰ ਤੇ ਸਾਫ਼ ਹੋ ਜਾਏਗਾ, ਮਨ ਸਾਫ਼ ਨਹੀਂ ਹੁੰਦਾ। ਔਰ ਧਰਮ ਦੀ ਸਾਰੀ ਸਾਧਨਾ ਮਨ ਨੂੰ ਸਾਫ਼ ਕਰਨ ਦੀ ਹੈ। ਮਹਾਰਾਜ ਨੇ ਤਾਂ ਹੀ ਉਦਾਹਰਣ ਵੀ ਦਿੱਤਾ ਹੈ। ਮਹਾਰਾਜ ਕਹਿੰਦੇ ਕੱਪੜੇ ਧੁੱਪ ਜਾਣ, ਕੱਪੜੇ ਭਰ ਜਾਣ ਮੈਲ ਦੇ ਨਾਲ, ਉਹਨਾਂ ਨੂੰ ਸਾਫ਼ ਕਰਨ ਦੇ ਲਈ ਸਾਬਣ ਹੈ, ਸਰਫ ਹੈ। ਐਵੇਂ ਜੇ ਕਿਤੇ ਮਨ ਭਰ ਜਾਏ ਮਾੜੀਆਂ ਵਿਚਾਰਾਂ ਦੇ ਨਾਲ, ਉਹਨੂੰ ਸਾਫ਼ ਕਰਨ ਦੇ ਲਈ ਰੱਬ ਦਾ ਨਾਂ ਹੈ, ਪਰਮੇਸ਼ਰ ਦੀ ਬੰਦਗੀ ਹੈ। ਇਸ ਕਰਕੇ ਬੜੀ ਵਾਰੀ ਮਨੁੱਖ ਬਾਹਰੋਂ ਤੇ ਇਸ਼ਨਾਨ ਕਰੀ ਜਾਂਦਾ ਹੈ, ਮਨ ਦਾ ਇਸ਼ਨਾਨ ਬੜੇ ਘੱਟ ਲੋਕ ਕਰਦੇ ਨੇ। ਸੋਚੈ, ਮਹਾਰਾਜ ਕਹਿੰਦੇ ਸੋਚ ਕਰੈ ਦਿਨਸ ਅਰ ਰਾਤ। ਇੱਕ ਧਾਰਮਿਕ ਆਗੂ ਹੈ, ਉਹ ਸਵੇਰੇ ਵੀ ਇਸ਼ਨਾਨ ਕਰਦਾ ਹੈ, 2-2 ਟਾਈਮ ਉਹ ਇਸ਼ਨਾਨ ਕਰਦੇ ਨੇ, ਸਵੇਰੇ ਵੀ ਸ਼ਾਮ ਨੂੰ ਵੀ। ਮਹਾਰਾਜ ਕਹਿੰਦੇ ਕਿਤੇ ਇਸ ਇਸ਼ਨਾਨ ਦੇ ਨਾਲ ਮਨ ਨੂੰ ਕੋਈ ਅਸਰ ਪਿਆ? ਨਹੀਂ ਅਸਰ ਪੈਂਦਾ। ਕਿਉਂਕਿ ਸਰੀਰ ਅਲੱਗ ਚੀਜ਼ ਹੈ, ਮਨ ਅਲੱਗ ਚੀਜ਼ ਹੈ। ਹਾਂ ਇਹ ਹੈ, ਇਸ਼ਨਾਨ ਕਰਨ ਦੇ ਨਾਲ ਮਨ ਦੇ ਵਿੱਚ ਸਰੀਰ ਐਕਟਿਵ ਹੋ ਜਾਂਦਾ ਹੈ, ਮਨ ਥੋੜਾ ਜਿਹਾ ਪਰਮੇਸ਼ਰ ਵੱਲ ਨੂੰ ਜੁੜ ਜਾਂਦਾ ਹੈ, ਇਹ ਤੇ ਗੱਲ ਹੈ। ਬਾਕੀ ਇਸ਼ਨਾਨ ਕਰਨ ਦੇ ਨਾਲ ਮਨ ਸਾਫ਼ ਨਹੀਂ ਹੁੰਦਾ। ਇਹਨੂੰ ਮਹਾਰਾਜ ਕਹਿੰਦੇ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਦੀ ਮੈਲ ਤਨ ਨੂੰ ਸਾਫ਼ ਕਰਨ ਦੇ ਨਾਲ ਨਹੀਂ ਜਾਂਦੀ। ਅੱਗੇ ਕਹਿੰਦੇ ਨੇ ਇਸ ਦੇਹੀ ਕਉ ਬਹੁ ਸਾਧਨਾ ਕਰੈ। ਇਹ ਵੀ ਮੰਨਿਆ ਜਾਂਦਾ ਸੀ ਸਰੀਰ ਨੂੰ ਬਾਹਰੋਂ ਦੁੱਖ ਦੇਵੋ, ਇਹਨੂੰ ਰੋੜਿਆਂ ਦੇ ਉੱਤੇ ਪਾ ਲਓ, ਇਸ ਦੀਆਂ ਬਾਹਾਂ ਸਿੱਧੀਆਂ ਖੜੀਆਂ ਕਰਕੇ ਰੱਖੋ, ਸ਼ਾਇਦ ਬਾਹਰੀ ਤੌਰ ਤੇ ਸਾਧਨਾ ਕਰੋ, ਕਿ ਤਾਂ ਮਨ ਰੁਕ ਜਾਏ, ਮਨ ਵਿਖਿਆ ਛੱਡ ਦੇ, ਮਨ ਵਿਕਾਰਾਂ ਨੂੰ ਛੱਡ ਦੇ,
पर महाराज कहते ऐसा नहीं है। बाहरी तौर ते मनुख साधना करी जाए शरीर दियां बहुत ज़्यादा, बाहरी तौर ते अपने शरीर नूं धूनी बाल के उहदे कोल रखे, शरीर दियां इंद्रियां नूं सताए। पर महाराज कहते ये इंद्रियां सताउंदा रहेगा, बाहरी तौर ते साधना का भी इनू मान हो जाएगा। एक बार महाराज जी के दरबार में एक योगी आ गया। जोगी ने बाहरी तौर ते सवाह मली ते कहंदे ने ये 5-10 साल हो गए चुप ही है, हुण बाहरली साधना ते वो कर रहे चुप है। नाल उत्थे कई ऐसे सिख बड़े प्रभावित होए भी बड़ा चुप है, शायद बड़ा शांत हो गया होएगा ये ते जिहड़ा चुप ही है। महाराज जी साहब जी पिछे होर सिख खड़े ने। महाराज एक सिख नूं कहंदे भाई एवें कर, इस नूं अपने घर लै जा, इहदी सेवा बड़ी कर, इस नूं सारियां चीज़ां सिखा ਜਿਹੜੀਆਂ ਜਿਹੜੀਆਂ चीज़ां तेरे घर ने बड़ियां वधिया वधिया। वो लै गया अपने घर। नाल महाराज जी ने उन्होंने बुला के कह दिता भी इनू देना कुछ नहीं, इनू सुक्कियां रोटियां छकाउणियां ने। 5-7 दिनों के बाद वो जोगी नूं लैके महाराज के दरबार च आ गया। महाराज कहते भी सेवा की इहदी, कहते महाराज बड़ी सेवा की है, जिमें तुसीं क्या उवें इनू लंगर छकाया, बड़े वधिया वधिया पदार्थ छकाए। वो जिहड़ा जोगी कई दिनों तो चुप सी वो नालों नाल बोल पिया, कहते महाराज मैनू कुछ नहीं सिखाया, मैनू कुछ नहीं इन्हें रोटी दी, सुक्कियां रोटियां देंदा सी। महाराज कहते जोगी रोटियां दे उत्ते ही बोल पे, तू तो कहंदे सी चुप हो गया। बाहरों चुप रहन दे नाल मन किते तृष्णा वालों चुप नहीं हुंदा। जे किते बाहर चुप रहन दे नाल, बाहरी साधना करन दे नाल जे मन चुप हुंदा हुंदा फिर पशुआं दे ते मन चुप ही रहने सी। पशु ते सारे ब्रह्म ज्ञान च पहुंच जाने सी। जिन्ने भी पंछी ने ये ते बड़े शांत होने सी, ये ते सारे ब्रह्म ज्ञानी हो जाने, ये किहड़ा बोलदे ने। इस करके महाराज कहंदे बाहरी तौर ते साधना ते तुसीं करदे हो, पर ये बाहर दीयां ਜਿਹੜੀਆਂ साधना ने ये शरीर ते ही रहिंदियां ने, अंदर सगों होर मैल लग जाती है। गुरबाणी ते ये कहंदी है कई तरीके दे मनुख पाठ पढ़ियो और वेद विचारियो, निवल भुअंगम साधे। बाहरी तौर ते पाठ भी पढ़िया, होर भी शरीर दे जिन्ने नेति धोती जिन्ने भी कर्म सन वो कीते, पर इन्हां कर्मां दे करन दे नाल मन होर वकारी हो गया। क्योंकि मनुख नूं कर्मां दा भी माण हो जाता है। जे ये सेवा कर रहे हैं इनू सेवा का भी मान हो जाता है, मैं करदा। ऐसा होया इतिहास विच। सत्ता ते बलवंडा गुरु साहब जी के दर ते कीर्तन करते हैं, उन्होंने कीर्तन करने का भी मान हो गया, हो जाता है मनुख नूं। क्योंकि शरीर के तल ते ये जो भी कर रहा है ये जरूरी है, हो सकता है इनू मान इहदा हो जाए। भावें कि ये कर्म मनुख नूं नीवां रखण लई ने, निमरता विच रखण लई ने, पर यह निमर कम्मां दा भी इनू मान हो जाता। कई बारी मनुख अपने तौर ते जिवें राजनेता शब्दावली बड़ी नीवी बदलते हैं, ये भी बदल लैंदा है। सत्ता ते बलवंडा गुरु साहब जी के दर ते कीर्तन करते हैं। कोई ऐसा कारण बनिया विआह दा, उन्होंने भेटा ना मिली, महाराज आप उन्होंने घर गए भी आओ कीर्तन करो, ते नाल दियां ने कह दिता सत्ता बलवंडा जे तुसी कीर्तन ना करोगे गुरु के दर ते किहने कीर्तन सुनन आउणा है। सेवा तो करते नहीं, कीर्तन करते हैं।
ਉਹ ਸੋਚਦੇ ਨੇ ਸ਼ਾਇਦ ਕਿਤੇ, ਕਿਉਂਕਿ ਮਨੁੱਖ ਨੂੰ ਕਰਮ ਦਾ ਐਸਾ ਮਾਣ ਹੁੰਦਾ ਹੈ, ਸ਼ਾਇਦ ਕਿਤੇ ਇਹ ਸਾਰਾ ਚੱਕਾ ਮੇਰੇ ਕਰਕੇ ਹੀ ਚੱਲ ਰਿਹਾ। ਬਾਹਰੀ ਕਿਰਿਆ ਦਾ ਮਾਣ ਅਕਸਰ ਮਨੁੱਖ ਨੂੰ ਹੋ ਜਾਂਦਾ, ਅਕਸਰ। ਤਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਧਾਰਮਿਕ ਕਰਮ ਔਰ ਸਰੀਰ ਨੂੰ ਸਾਧਨ ਦੇ ਕਰਮ ਔਰ ਬਾਹਰੋਂ ਕੁਝ ਦੇਣ ਦੇ ਕਰਮ, ਇਹ ਤਿੰਨਾਂ ਦਾ ਮਾਣ ਜ਼ਰੂਰੀ ਹੀ ਮਨੁੱਖ ਨੂੰ ਹੋ ਹੀ ਜਾਂਦਾ ਹੈ। ਤੀਰਥ ਵਰਤ ਅਰ ਦਾਨ ਕਰ, ਤਿੰਨੇ ਕਰਮ, ਔਰ ਬੜੇ ਸ੍ਰੇਸ਼ਟ ਕਰਮ ਨੇ ਤਿੰਨੇ ਹੀ। ਤੀਰਥ ਵੀ ਕਰਨਾ ਔਰ ਵਰਤ ਰੱਖਣਾ, ਇੱਕ ਧਰਮ ਦੇ, ਹਿੰਦੂ ਧਰਮ ਦੇ ਮੁਤਾਬਕ ਬੜੇ ਵੱਡੇ ਕਰਮ ਨੇ। ਮਨ ਮੈਂ ਧਰੈ ਗੁਮਾਨ, ਜੇ ਇਹਨਾਂ ਨੂੰ ਕਰਮਾਂ ਨੂੰ ਕਰਦਿਆਂ ਵੀ ਮਨ ਦੇ ਵਿੱਚ ਗੁਮਾਨ ਆ ਜਾਏ ਮੈਂ ਕਰ ਰਿਹਾ, ਮਹਾਰਾਜ ਕਹਿੰਦੇ ਫਿਰ ਇਹ ਨਿਹਫਲ ਚਲੇ ਗਏ, ਸਗੋਂ ਇਹਦਾ ਨੁਕਸਾਨ ਹੋਇਆ, ਫਾਇਦਾ ਕੋਈ ਨਹੀਂ ਹੋਇਆ। ਸੱਤੇ ਤੇ ਬਲਵੰਡੇ ਨੇ ਮਹਾਰਾਜ ਜੀ ਨੂੰ ਕਿਹਾ, ਜੇ ਕਿਤੇ ਅਸੀਂ ਨਾ ਕੀਰਤਨ ਕਰੀਏ, ਤੁਹਾਡੇ ਕੋਲ ਕਿੰਨੇ ਸੰਗਤ ਨੇ ਕੀਰਤਨ ਸੁਣਨ ਆਉਣਾ। ਇਹ ਐਸਾ ਬਾਹਰੀ ਕਰਮ ਦਾ ਐਸਾ ਹੰਕਾਰ ਹੋਇਆ। ਮਹਾਰਾਜ ਕਹਿੰਦੇ ਜਾਓ, ਤੁਸੀਂ ਹੁਣ ਫਿਟਕ ਗਏ ਹੋ, ਤੁਹਾਡਾ ਹੰਕਾਰ ਹੁਣ ਚਰਮ ਸੀਮਾ ਤੇ ਪਹੁੰਚ ਗਿਆ। ਵੇਖੋ, ਕਰਦੇ ਕੀਰਤਨ ਨੇ, ਪੜ੍ਹਦੇ ਬਾਣੀ ਨੇ, ਪਰ ਬਾਣੀ ਪੜ੍ਹਦਿਆਂ ਵੀ ਹੰਕਾਰ। ਹੁਣ ਇੱਥੋਂ ਹੀ ਹਿਸਾਬ ਲਗਾਇਆ ਜਾ ਸਕਦਾ ਹੈ, ਮਹਾਰਾਜ ਨੇ ਜਿਹੜੀ ਇਹ ਪੰਕਤੀ ਲਿਖੀ ਹੈ, ਇਹਦੇ ਅਰਥ ਕਿੱਡੇ ਗਹਿਰੇ ਨੇ। ਧਾਰਮਿਕ ਰਾਗਾਂ ਨੂੰ ਗਾਉਣ ਵਾਲਾ ਮਨੁੱਖ ਵੀ ਹੰਕਾਰੀ ਹੋ ਸਕਦਾ ਹੈ। ਧਾਰਮਿਕ ਕਿਸੇ ਰਾਗ ਦੀ, ਕਿਸੇ ਸ਼ਬਦ ਦੀ ਵਿਆਖਿਆ ਕਰਨ ਵਾਲਾ ਮਨੁੱਖ ਵੀ ਹੰਕਾਰੀ ਹੋ ਸਕਦਾ ਹੈ, ਕਿਉਂਕਿ ਉਹਨੂੰ ਵਿਆਖਿਆ ਦਾ ਵੀ ਹੰਕਾਰ ਹੋ ਜਾਂਦਾ। ਮਹਾਰਾਜ ਇੱਥੇ ਕਹਿੰਦੇ ਨੇ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨਾ ਵਿਖਿਆ ਟਰੈ। ਐਸਾ ਹੋ ਜਾਂਦਾ। ਐਵੇਂ ਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਸਿੱਖ ਢਾਲ ਬਣਾ ਕੇ ਲਿਆਇਆ, ਬੜੀ ਵਧੀਆ। ਬਾਹਰੀ ਤੌਰ ਤੇ ਉਹ ਢਾਲ ਗੁਰੂ ਨੂੰ ਅਰਪਣ ਕਰਨ ਆਇਆ ਹੈ। ਹੁਣ ਬਣਾਈ ਹੈ, ਨਾਲ ਦਿਆਂ ਕਿਹਾ ਬੜੀ ਵਧੀਆ ਹੈ, ਤੂੰ ਦਾਨ ਬੜਾ ਕੁਝ ਵਧੀਆ ਦੇਣ ਆਇਆ। ਉਹਦਾ ਵੀ ਉਹਨੂੰ ਹੰਕਾਰ ਹੋ ਗਿਆ। ਮਹਾਰਾਜ ਦੇ ਦਰਬਾਰ ਵਿੱਚ ਲੈ ਕੇ ਆਇਆ, ਕਹਿੰਦੇ ਮਹਾਰਾਜ ਏਡੀ ਪੱਕੀ ਹੈ, ਇਹਦੇ ਵਿੱਚੋਂ ਕਦੇ ਗੋਲੀ ਨਹੀਂ ਪਾਰ ਜਾਏਗੀ। ਉਹ ਨਾਲ ਕੋਲ ਬੈਠੇ ਸਨ ਜਿਨ੍ਹਾਂ ਨੇ ਉਹਨੂੰ ਬਾਰ-ਬਾਰ ਕਿਹਾ ਹੋਇਆ ਸੀ ਵੀ ਤੇਰੀ ਢਾਲ ਬੜੀ ਵਧੀਆ ਹੈ। ਉਹ ਕਹਿੰਦੇ ਨੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਗੋਲੀ ਚਲਾਉਣ ਫਿਰ ਵੀ ਨਹੀਂ ਨਿਕਲੇਗੀ। ਕਹਿੰਦੇ ਨਹੀਂ, ਇਹ ਚੋਂ ਨਹੀਂ ਨਿਕਲੇਗੀ। ਹੰਕਾਰ ਚੜ ਗਿਆ। ਬਾਹਰੀ ਤੌਰ ਦੀਆਂ ਕਿਰਿਆਵਾਂ ਦਾ ਹੰਕਾਰ ਅਕਸਰ ਮਨੁੱਖ ਨੂੰ ਹੁੰਦਾ। ਅਕਸਰ ਮਨੁੱਖ ਨੂੰ ਆਪਣੇ ਸਰੀਰ ਦਾ ਹੰਕਾਰ ਹੁੰਦਾ ਹੈ, ਆਪਣੇ ਰੂਪ ਦਾ, ਆਪਣੇ ਰੰਗ ਦਾ, ਆਪਣੀ ਧਨ ਦਾ, ਆਪਣੇ ਦੌਲਤ ਦਾ। ਇਹ ਸਾਰੇ ਇਹਦੇ ਨਾਲ ਹੀ ਬੈਠੇ ਹੁੰਦੇ ਨੇ, ਨਾਲ ਹੀ। ਬਸ ਇਹਨੂੰ ਪ੍ਰਗਟ ਕਰਨ ਦੇ ਤਰੀਕੇ ਚਾਹੀਦੇ ਨੇ। ਕਈ ਵਾਰੀ ਮਨੁੱਖ ਵਚਨ ਆਪ ਜੀ ਨੂੰ ਕਈ ਵਾਰੀ ਦੱਸਿਆ, ਗਿਆਨੀ ਮਸਕੀਨ ਜੀ ਕਥਾ ਕਰਦੇ ਸੀ, ਸ਼ੀਸ਼ਗੰਜ ਸਾਹਿਬ। ਉਹ ਕਹਿੰਦੇ ਨੇ ਇੱਕ ਮਨੁੱਖ ਨੇ ਰੋਜ਼ ਮੈਨੂੰ ਆ ਕੇ ਕਹਿਣਾ, ਮੈਂ ਤੇ ਸੰਗਤ ਦੇ ਚਰਨਾਂ ਦੀ ਧੂੜ ਆ। ਹੁਣ ਉਹ ਰਾਜਨੀਤਿਕ ਬੰਦਾ ਹੈ, ਆਪਣੇ ਆਪ ਨੂੰ ਧੂੜ ਗਣਾ ਕੇ ਵੀ ਦੁਨੀਆ ਦੇ ਸਿਰ ਤੇ ਬਹਿਣਾ ਚਾਹੁੰਦਾ। ਜਿਵੇਂ ਕਹਿ ਦਿੰਦੇ ਨੇ ਰਾਜਨੇਤਾ, ਮੈਂ ਤੇ ਤੁਹਾਡਾ ਪੁੱਤਰ ਆ, ਅਸੀਂ ਤੇ ਤੁਹਾਡੇ ਚਰਨਾਂ ਵਰਗੇ ਵੀ ਨਹੀਂ। ਅਸਲ 'ਚ ਉਹ ਹੱਥ ਤਾਂ ਜੋੜ ਰਿਹਾ ਹੁਣ ਸਾਰਿਆਂ ਦੇ, ਉਹਨੇ ਸਿਰ ਤੇ ਬਹਿਣਾ ਤਾਂ ਜੋੜਦਾ। ਮਸਕੀਨ ਜੀ ਕਹਿੰਦੇ ਰੋਜ਼ ਹੀ ਮੈਨੂੰ ਆ ਕੇ ਕਿਹਾ ਕਰੇ ਚਰਨਾਂ ਦੀ ਧੂੜ ਆ। ਇਹਨੇ ਇੱਕ ਦਿਨ ਮੈਂ ਉਹਨੂੰ ਕਹਿ ਦਿੱਤਾ, ਤੂੰ ਚਰਨਾਂ ਦੀ ਧੂੜ ਤੋਂ ਵੱਧ ਹੈ ਵੀ ਕੁਛ ਨਹੀਂ। ਬਸ ਨਾਲ ਹੀ ਹੰਕਾਰ ਤੇ ਸੱਟ ਵੱਜੀ। ਇਹਨੇ 10 ਦਿਨ ਉਹ ਮੇਰੇ ਨਾਲ ਹੀ ਨਹੀਂ ਬੋਲਿਆ। ਕਾਰਨ ਕੀ ਹੈ? ਹੰਕਾਰ ਨੂੰ, ਕਿਉਂਕਿ ਜਿਹੜੇ ਉਹ ਸ਼ਬਦ ਕਹਿ ਰਿਹਾ ਸੀ ਉਹਨਾਂ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਵਡਿਆਉਣਾ ਚਾਹੁੰਦਾ ਸੀ। ਕਈ ਵਾਰੀ ਮਨੁੱਖ ਸ਼ਬਦ ਕਹਿੰਦਾ ਹੋਇਆ ਵੀ ਆਪਣੇ ਆਪ ਨੂੰ ਵਡਿਆਉਣਾ ਚਾਹੁੰਦਾ। ਅਸੀਂ ਸੰਗਤ ਦੇ ਦਾਸ ਹਾਂ, ਦਾਸਨ ਦਾਸ ਹਾਂ। ਦਾਸ ਤੇ ਠੀਕ ਹੈ, ਮਨੁੱਖ ਕਈ ਵਾਰੀ ਤੇ ਏਡੇ ਆਪਣੇ ਆਪ ਦੇ ਸ਼ਬਦ ਵਰਤਦਾ ਹੈ ਬੜੇ ਗੁੰਦ ਕੇ, ਮੈਂ ਤੇ ਦਾਸਨ ਦਾਸ ਹਾਂ।
ਜਿਹੜੇ ਤੇਰੇ ਦਰ ਦੇ ਦਾਸ ਨੇ ਉਹਨਾਂ ਦਾ ਵੀ ਦਾਸ ਆ। ਇਹ ਸ਼ਬਦ ਕਹਿ ਕੇ ਵੀ ਉਹ ਕਹਿਣਾ ਚਾਹੁੰਦਾ ਹੈ ਵੀ ਮੈਂ ਬੜਾ ਨਿਮਰਤਾ ਚ ਮੈਂ। ਇਸ ਕਰਕੇ ਉਹ ਢਾਲ ਮਹਾਰਾਜ ਕੋਲ ਲੈ ਕੇ ਆਇਆ। ਬਾਹਰੀ ਤੌਰ ਤੇ ਹੰਕਾਰ ਹੋ ਗਿਆ ਦਾਨ ਦਵਾਈ। ਹੁਣ ਸਿੱਖ ਕਹਿੰਦੇ ਨੇ ਭਾਈ ਸਮਝਾਇਆ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੋਲੀ ਚਲਾਈ, ਤੇਰੀ ਢਾਲ ਨਹੀਂ ਅੜਨੀ। ਉਹ ਤੇ ਚਾਣ ਪ੍ਰਿਥਵੀ ਦੇ ਆਰ ਪਾਰ ਗੋਲੀ ਕੱਢ ਸਕਦੇ ਨੇ ਤੇ ਇੰਨੀ ਅਧਿਆਤਮਕ ਬਲ ਹੈ ਉਹਨਾਂ ਕੋਲ। ਆ ਢਾਲ ਨਿਗੁਣੀ ਦਾ ਕੀ ਹੈ? ਕਹਿੰਦੇ ਹੁਣ ਫਿਰ ਕੀ ਕਰੀਏ? ਨਾਲ ਵੇਖੋ ਤਰੀਕਾ ਵੀ ਹੈ। ਕਹਿੰਦੇ ਜੇ ਹੰਕਾਰ ਹੋ ਗਿਆ ਹੁਣ ਤੇ ਸਿਰਫ ਅਰਦਾਸ ਕਰੋ ਗੁਰੂ ਦੇ ਅੱਗੇ, ਜੇ ਕਿਤੇ ਇਹ ਹੁਣ ਮੇਰੀ ਕੱਲ੍ਹ ਨੂੰ ਬੇਇੱਜ਼ਤੀ ਨਾ ਹੋਏ। ਪਰ ਰੋਹ ਵਿਚਾਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਬਾਹਰੀ ਤੌਰ ਤੇ ਕਿਰਿਆਵਾਂ ਵੀ ਕੀਤੀਆਂ ਪਰ ਉਹਨਾਂ ਕਿਰਿਆਵਾਂ ਦਾ ਵੀ ਹੰਕਾਰ ਹੋ ਗਿਆ। ਇਸ ਦੇਹੀ ਕੋ ਬਹੁਤ ਸਾਧਨਾ ਕਰੈ, ਇਸ ਦੇਹੀ ਦੇ ਨਾਲ ਬਹੁਤ ਸਾਧਨਾਵਾਂ ਕਰਦਾ ਹੈ, ਜਪ ਕਰਦਾ ਹੈ, ਤਪ ਕਰਦਾ ਹੈ, ਪਰ ਮਨੁੱਖ ਨੂੰ ਜਪ ਦਾ ਵੀ ਹੰਕਾਰ ਹੋ ਜਾਂਦਾ ਹੈ। ਹਮਜ਼ਾ ਗੋਸ਼ ਪੀਰ ਹੈ, ਸਿਆਲਕੋਟ ਦੇ ਵਿੱਚ ਬੈਠਾ, ਕੋਈ ਪਿੰਡ ਵਾਲਿਆਂ ਦੇ ਨਾਲ ਤਕਰਾਰ ਹੋਇਆ ਰੋਟੀ ਪਾਣੀ ਤੋਂ, ਨਾਲ ਹੀ ਕਹਿੰਦਾ ਹੈ ਮੈਂ ਸਾਰੇ ਪਿੰਡ ਨੂੰ ਤਬਾਹ ਕਰ ਦੇਣਾ ਹੈ। ਕਿਉਂ? ਅਜੇ ਉਹਨੂੰ ਇਵੇਂ ਲੱਗਦਾ ਹੈ ਮੇਰੇ ਕੋਲ ਜਪ ਹੈ, ਹੋਏਗਾ ਜਪ। ਇਹ ਜ਼ਰੂਰੀ ਨਹੀਂ ਹੈ ਰਿੱਧੀਆਂ ਸਿੱਧੀਆਂ ਹੋਣ ਤੇ ਹੰਕਾਰ ਖਤਮ ਹੋ ਜਾਂਦਾ, ਐਸਾ ਨਹੀਂ ਹੈ। ਰਿੱਧੀਆਂ ਸਿੱਧੀਆਂ ਦੁਨੀਆ ਕੋਲ ਹੁੰਦੀਆਂ ਨੇ। ਰਿੱਧੀਆਂ ਸਿੱਧੀਆਂ ਦਾ ਮਤਲਬ ਇਹ ਨਹੀਂ ਮਨੁੱਖ ਬ੍ਰਹਮ ਗਿਆਨੀ ਹੋ ਗਿਆ, ਐਸਾ ਨਹੀਂ ਹੈ। ਰਿੱਧੀ ਸਿੱਧੀ ਇੱਕ ਮੰਜ਼ਲ ਹੈ, ਬ੍ਰਹਮ ਗਿਆਨ ਇਤੋਂ ਅੱਗੇ ਹੈ। ਹੁਣ ਉਹ ਕਹਿੰਦਾ ਸਾਰੇ ਪਿੰਡ ਨੂੰ ਤਬਾਹ ਕਰਨਾ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਇੰਨੀ ਸਾਧਨਾ ਕਰਕੇ ਵੀ ਹਜੇ ਤਾਈਂ ਦਇਆ ਨਹੀਂ ਉਪਜੀ ਅੰਦਰ। ਬਾਹਰੀ ਤੌਰ ਤੇ ਚਲੀਏ ਕੱਟੇ, ਜਪ ਕੀਤਾ, ਤਪ ਕੀਤਾ, ਇਹ ਤਪ ਕਰਕੇ ਵੀ ਅੰਦਰ ਸ਼ਾਂਤੀ ਨਹੀਂ ਆਈ, ਦਇਆ ਨਹੀਂ ਆਈ। ਇਸ ਕਰਕੇ ਮਹਾਰਾਜ ਕਹਿੰਦੇ ਬਾਹਰ ਦੀਆਂ ਕਿਰਿਆਵਾਂ ਦਾ ਅਕਸਰ ਮਨੁੱਖ ਨੂੰ ਹੰਕਾਰ ਹੋ ਜਾਂਦਾ ਹੈ। ਕਿਉਂ? ਹਜੇ ਮਨੁੱਖ ਨੂੰ ਆਪਣੇ ਨਿੱਜੀ ਸਰੂਪ ਦਾ ਤੇ ਪਤਾ ਨਹੀਂ। ਹਜੇ ਤਾਈਂ ਅੰਦਰ ਆਪਣੇ ਆਪ ਨੂੰ ਇੱਕ ਹਸਤੀ ਸਮਝਦਾ ਹੈ, ਤਾਂ ਕਰਕੇ ਉਹ ਜੋ ਕੁਝ ਵੀ ਕਰਦਾ ਹੈ ਉਹ ਸੁਭਾਵਕ ਹੀ ਹੈ, ਉਹ ਆਪਣੇ ਨਾਲ ਉਹਨੂੰ ਜੋੜੇਗਾ। ਅੱਗੇ ਮਹਾਰਾਜ ਕਹਿੰਦੇ ਨੇ ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾ ਹੋਏ ਕਾਚੀ ਪੀ। ਕਹਿੰਦੇ ਜਿਹੜੀ ਦੇਹੀ ਹੈ ਇਹਨੂੰ ਬੜਾ ਧੋਂਦਾ ਹੈ। ਸੁਧ ਕਾ ਹੋਏ ਕਾਚੀ ਪੀਤ, ਜਲ ਧੋਵੈ ਬਹੁ ਦੇਹ ਅਨੀਤ। ਜਲ ਦੇ ਨਾਲ ਇਹ ਦੇਹੀ ਨੂੰ ਮਨੁੱਖ ਵਾਰ-ਵਾਰ ਧੋਂਦਾ ਹੈ, ਪਰ ਮਹਾਰਾਜ ਕਹਿੰਦੇ ਇਹ ਅਨੀਤ ਹੈ। ਇਹਨੂੰ ਜਿੰਨਾ ਵੀ ਸੰਭਾਲ ਕੇ ਰੱਖਾਂਗੇ ਇਹ ਰਹਿਣੀ ਨਹੀਂ ਫਿਰ ਵੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਇਹ ਤੇ ਚੰਦਨ ਲਾਉਣਾ, ਇਹਨੂੰ ਵਧੀਆ ਤਰੀਕੇ ਨਾਲ ਦੇਹੀ ਨੂੰ ਸਜਾਉਣਾ। ਪਰ ਜਿਹੜੇ ਮਨੁੱਖ ਕਿਤੇ ਜਵਾਨੀ ਦੇ ਵਿੱਚ ਇਹਨੂੰ ਸਾਂਭਣ ਦਾ ਯਤਨ ਕਰ ਰਹੇ ਸੀ ਔਰ ਸੋਚਦੇ ਹੋਣਗੇ ਸ਼ਾਇਦ ਬੁਢੇਪਾ ਨਾ ਆਏ, ਕਦੀ ਐਸਾ ਹੋਇਆ? ਬਚਪਨ ਤੋਂ ਜਵਾਨੀ ਜ਼ਰੂਰ ਆਉਂਦੀ ਹੈ। ਦੇਹੀ ਨੂੰ ਜਿੰਨਾ ਮਰਜ਼ੀ ਸੰਭਾਲ ਲਿਆ ਜਾਏ, ਜਵਾਨੀ ਤੋਂ ਬੁਢੇਪਾ ਜ਼ਰੂਰ ਆਉਣਾ ਹੈ। ਪਰ ਆਪਾਂ ਕਈ ਵਾਰੀ ਇਹ ਬੇਨਤੀ ਕੀਤੀ ਹੈ, ਕਿਤੇ ਮਨੁੱਖ ਨੇ ਆਪਣੇ ਦੇਹੀ ਦਾ ਭਵਿੱਖ ਵੇਖਣਾ ਹੋਏ ਨਾ ਬਚਪਨ 'ਚ, ਇੱਕ ਬੱਚੇ ਨੇ ਆਪਣੇ ਦੇਹੀ ਦਾ ਭਵਿੱਖ ਵੇਖਣਾ ਹੋਏ, ਇੱਕ ਜਵਾਨ ਨੂੰ ਵੇਖ ਲੈ, ਇਹੋ ਜਿਹਾ ਬਣੇਗਾ ਉਹਦਾ ਸਰੀਰ। ਜੇ ਕਿਤੇ ਇੱਕ ਜਵਾਨ ਨੇ ਆਪਣੀ ਦੇਹੀ ਦਾ ਭਵਿੱਖ ਵੇਖਣਾ ਹੋਏ ਨਾ, ਕਿਸੇ ਬਜ਼ੁਰਗ ਨੂੰ ਵੇਖ ਲਏ, ਬਸ ਇਹੋ ਜਿਹਾ ਬਣੇਗਾ। ਆਉਣ ਵਾਲਾ ਟਾਈਮ ਉਹਦੇ ਸਰੀਰ ਦਾ ਐਸਾ ਹੈ, ਇੱਕ ਬਜ਼ੁਰਗ ਵਰਗਾ ਹੋਣ ਵਾਲਾ ਹੈ, ਜੈਸਾ ਇੱਕ ਬਜ਼ੁਰਗ। ਕਿਉਂ? ਜਿਹੜੇ ਦਾ ਸਰੀਰ ਅੱਜ ਬਜ਼ੁਰਗ ਵਿੱਚ ਹੈ ਉਹਨੇ ਵੀ ਕਦੀ ਨਹੀਂ ਸੀ ਸੋਚਿਆ ਬਜ਼ੁਰਗੀ 'ਚ ਆ ਜਾਏਗਾ, ਸੋਚਿਆ ਨਹੀਂ ਸੀ। ਐਸਾ ਕੌਣ ਸੋਚਦਾ ਹੈ? ਹੁਣ ਮਹਾਰਾਜ ਕਹਿੰਦੇ ਜਲ ਦੇ ਨਾਲ ਇਹ ਦੇਹੀ ਜਿਹੜੀ ਅਨੀਤ ਹੈ ਇਹਨੂੰ ਬਾਰ-ਬਾਰ ਧੋਇਆ ਜਾ ਸਕਦਾ ਹੈ, ਪਰ ਇਹ ਰਹਿਣੀ ਸਦਾ ਨਹੀਂ। ਸੁੱਧ ਕਾ ਹੋਏ, ਕਹਿੰਦੇ ਕਿਤੇ ਕੱਚੀ ਭੀਤ ਹੋਏ ਨਾ, ਗਾਰੇ ਦੀ ਕੰਧ, ਉੱਤੇ ਪਾਣੀ ਪਾਈ ਜਾਓ ਤੇ ਕਹੋ ਇਹਨੂੰ ਧੋਣਾ ਹੈ ਕੰਧ ਨੂੰ। ਜਿੰਨਾ ਕੁ ਪਾਣੀ ਪਾਈ ਜਾਏਗੇ ਉਨੀ ਕੁ ਮਿੱਟੀ ਉਹ ਚੋਂ ਨਿਕਲੀ ਜਾਣੀ ਹੈ। ਕੱਚੇ ਦੀ ਗਾਰੇ ਦੀ ਕੰਧ ਨੂੰ ਕਦੇ ਨਹੀਂ ਧੋਇਆ ਜਾ, ਸਗੋਂ ਖਤਮ ਹੋਏਗੀ ਜਿੰਨਾ ਧੋਵਾਂਗੇ।
गारे दी कंध ते पानी पाई जाइए, मिट्टी दी कंध ते पानी पाई जाइए, मिट्टी दी कंध कदे निर्मल नहीं हुंदी, कदे साफ नहीं हुंदी। क्यों? कच्ची है। ये जिहड़ी देही ये भी कच्ची है। एक कच्ची भीत जिवें है, निर्मल नहीं हो सकती है, क्योंकि ये अंदर बहुत कुछ है। जिन्ना भोजन जाना है, इन्हें मिज बनानी है, खून बनाना है, ये अंदर पता नहीं। ये रब ने जे प्रसाद सगल छिद्र ढाके उन्हें ढकिया होया सारिਆਂ ਦਾ शरीर। महाराज कहते मन हर के नाम की महिमा ऊंच, नानक नाम उधरे पतित बहु मूच। महाराज कहते बाहरी कर्म, ये सारी पौड़ी च कहते ने बाहरी जेड़े कर्म ने वो मनुख नूं निर्मल नहीं कर सकणगे मन नूं। महाराज कहते इस करके नाम की जिहड़ी महिमा है वो बड़ी उच्ची है। और महाराज ते नाल उदाहरण भी देंदे ने, कहते किते पिछे निगाह मार के वेखो, क्योंकि कई बारी मनुख ने असी किसी नूं कुछ कहने ना फलाना बिजनेस कर लै, किवें, फिर उन्होंने प्रमाण दिया जाता है फलाणे ने कीता सी, अज तो किड्डा वड्डा उन्हां दा हो गया। अज तो कहते फिर प्रमाण देणगे 50 साल पहला फलाणे ने यह बिजनेस कीता सी, बड़ा वड्डा चल गया वह, तुसीं भी करो। हुण गुरु नानक साहब, गुरु अर्जुन साहब जी कहते ने, कहते जेड़ा ये बिजनेस है नाम का जेड़ा व्यापार है, बड़ी दुनिया ने करके वेख्या, इतिहास पढ़ के वेखिए, बड़े बड़े पतित कर्म करने वाले भी उतर गए। रूपहीन, कुलहीन, क्रमहीन, नामे के स्वामी तेऊ तरे। ऐसे ऐसे लोग भी नाम दे नाल पार उतारा हो गया, आनंद दे विच पहुंच गए, जेड़े चंगे कुल तो भी नहीं सी, जिन्हां दे रूप भी चंगे नहीं सी। कुबिजा है, रूप भी चंगा नहीं है। रूपहीन, कुलहीन, क्रमहीन, कर्म भी चंगा नहीं। भगत रविदास जी की कुल वड्डी नहीं है, पर नाम जपिया वड्डी कुल दे बन गए। वड्डी कुल वालियां नालों भी वड्डे हो गए सिर्फ नाम जपना। रविदास जी उस तो बाद जिहड़ी गणका है वह कर्म ठीक नहीं है। गणका का बहुत माड़ा कर्म है, वेश्यावृत्ति का कर्म है। पर नाम जपण दे नाल एक वेश्या भी रब की भगत नहीं बन गई। कर्महीन, कर्मां तो भी हीणी, फिर भी तर गई। इस करके वो कहते हैं ऐसे ऐसे अजामल, कर्म चंगा नहीं है, कर्म बहुत माड़ा है। पर महाराज कहते नानक नाम उधरे पतत बहु मूच। जेड़े बड़े पतत सन वो भी उधर गए, जिन्होंने शायद लोग कहते होणगे इन्हां दा जिंदगी में कुछ नहीं बनना। शायद अजामल नूं, गणका नूं वेख के उदों दे लोग कहते होणगे इन्हां दा कुछ नहीं बनना, ये तो माड़े ही रहणगे। पर वेखो आपां जदों तवारीख पढ़ते हैं, इतिहास पढ़ते हैं, पता लगता है बाणी कहती है विवान ते चढ़ के गणका का भी पार उतारा हो। इस करके नाम की महिमा उच्ची है। ज्यों ज्यों मनुख नाम जपी जाता है, मन निर्मल हो जाता है रोज रोज। और एक दिन में ये नहीं हुंदा। सिर्फ गुरुद्वारे आना है, मंदिर में जाना है, मस्जिद में जाना है, हजे ये पहला कर्म है। कर्म है, अजे अजे शुरुआत नहीं हुई धर्म की। मत जानना किते परमेश्वर के मार्ग की शुरुआत हो गई है, हजे तो स्टार्टिंग है। जिवें बच्चा पहला प्ले स्कूल च जाता है, बैठना उठना सिखाया जाता है, बस ये है। हौली हौली फिर तुरदा है, पहली क्लास जाके बैठता है। संगत में जदों मनुख आउण लग जाए, ये फिर समझ लो शुरुआत है। क्योंकि इत्थे बैठ के फिर इसनूं ये पता लगना मैं हुण जपां। रोज रोज सुनेगा, रोज रोज अंदर चाह पैदा होएगा जपण का। फिर ना भी जपना चाहेगा, तुरद्या फिरद्या दिन में जे अद्धा घंटा कुछ सुनिया चंगा, कोई 2-4 गल्लां तो याद आ ही जांदियां ने। कोई साखी सुनी है, कोई 5-4 जे 100 चीज़ां सुनिया ने, जे असीं लाइए 5-4 तो याद रहिंदियां ही ने। जो 5-10 भी याद रह गई एक दिन दियां, जे 1 महीना सुनिया ने, 5-5 रोज़ याद रहन, 150 याद हो जाएंगे। चंगे गुण 150 एक महीने च।
ਚੰਗੀਆਂ ਚੀਜ਼ਾਂ 150 ਇੱਕ ਦਿਨ 'ਚ, ਇੱਕ ਮਹੀਨੇ 'ਚ ਯਾਦ ਹੋ ਜਾਣਗੀਆਂ। ਜੇ ਮਨੁੱਖ ਲਗਾਤਾਰ 5-6 ਮਹੀਨੇ ਸੁਣਦਾ ਹੈ ਗੁਰੂ ਦੀ ਗੱਲ, ਗੁਰੂ ਦੀ ਵਿਆਖਿਆ ਸੁਣਦਾ ਹੈ 5-6 ਮਹੀਨੇ, ਸਮਝ ਲਓ ਹਜ਼ਾਰਾਂ ਹੀ ਗੱਲਾਂ ਉਹਦੇ ਦਿਮਾਗ ਵਿੱਚ ਚੰਗੀਆਂ, ਫਿਰ ਜਿਹੜੀਆਂ ਇਹ ਹਜ਼ਾਰਾਂ ਚੰਗੀਆਂ ਨੇ ਇਹ ਮਾੜਿਆਂ ਨੂੰ ਬਾਹਰ ਕੱਢ ਦੇਣਗੀਆਂ। ਫਿਰ ਮਾੜੀਆਂ ਗੱਲਾਂ, ਕਿਉਂਕਿ ਦੋ ਮਨ ਹੁੰਦੇ ਨੇ ਮਨੁੱਖ ਦੇ, ਇੱਕ ਚੰਗੇ ਬੰਨੇ ਪ੍ਰੇਰਦਾ, ਇੱਕ ਮਾੜੇ ਬੰਨੇ। ਜਿਹੜਾ ਚੰਗੇ ਵਾਲਾ ਹੈ, ਜੇ ਕਿਤੇ ਉਹਨੂੰ ਰੋਜ਼-ਰੋਜ਼ ਖੁਰਾਕ ਮਿਲੇ, ਕਿਉਂਕਿ ਸਮਾਂ ਐਸਾ ਹੈ, ਮਾੜੇ ਨੂੰ ਤੇ ਰੋਜ਼-ਰੋਜ਼ ਖੁਰਾਕ ਮਿਲਦੀ ਹੈ ਕਿਉਂਕਿ ਟੀਵੀ ਹੈ, ਪਰ ਕਲਯੁਗ ਦਾ ਸਮਾਂ ਐਸਾ ਹੈ, ਉਹਨੂੰ ਤੇ ਰੋਜ਼ ਖੁਰਾਕ ਮਿਲ ਰਹੀ ਹੈ, ਉਹ ਤੇ ਤਕੜੀ ਹੋ ਗਈ ਹੈ ਮਾੜੀ ਸੋਚ। ਹੁਣ ਜਿਹੜਾ ਚੰਗਾ ਹੈ ਉਹਨੂੰ ਫਿਰ ਕਦੀ-ਕਦੀ ਮਿਲਦੀ ਹੈ, ਕਦੇ-ਕਦੇ ਕੋਈ ਬਾਣੀ ਪੜ੍ਹਦਾ ਹੈ, ਕਦੇ-ਕਦੇ ਕੋਈ ਜਪ ਕਰਦਾ। ਜੇ ਕਿਤੇ ਉਹਨੂੰ ਵੀ ਰੋਜ਼-ਰੋਜ਼ ਖੁਰਾਕ ਮਿਲੇ, ਉਹ ਵੀ ਰੋਜ਼-ਰੋਜ਼ ਤਕੜਾ ਹੋਏ, ਉਹਦੀ ਖੁਰਾਕ ਕੀ ਹੈ? ਸਤ ਸੰਗਤ। ਫਿਰ ਚੰਗੀ ਸੋਚ ਰੋਜ਼-ਰੋਜ਼ ਬਣੇ, ਇਹ ਫਿਰ ਮਾੜੀਆਂ ਨੂੰ ਬਾਹਰ ਕੱਢ ਦਿੰਦੀ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਫਿਰ ਇੱਕ ਦਿਨ ਐਸਾ ਆਏਗਾ, ਸੁਣਦਿਆਂ ਮਨ ਫਿਰ ਨਾਮ ਵਿੱਚ ਲੱਗਣ ਲੱਗ ਜਾਏਗਾ। ਇੱਕਦਮ ਨਹੀਂ। ਬਾਣੀ ਕਹਿੰਦੀ ਹੈ, ਜੇ ਰੋਜ਼-ਰੋਜ਼ ਚੰਗੀਆਂ ਸੁਣਾਂਗੇ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਸਿਰਫ ਇਹ ਗੱਲਾਂ ਅੰਦਰ ਵਸ ਗਈਆਂ, ਸਿਰਫ ਵਸਣ ਦੀ ਲੋੜ ਹੈ, ਅੰਦਰ ਆਉਣ ਦੀ ਲੋੜ ਹੈ, ਚੰਦਨ ਆਪਣੇ ਆਪ ਹੀ ਬਣੇ, ਸੁਗੰਧੀ ਆਪਣੇ ਆਪ ਆ ਜਾਏਗੀ। ਹੌਲੀ ਹੌਲੀ ਜਪਣਾ ਸ਼ੁਰੂ ਕਰ ਦੇਗਾ, ਵੇਖਣਾ ਬਦਲ ਜਾਏਗਾ, ਜ਼ਿੰਦਗੀ ਜਿਉਣ ਦਾ ਢੰਗ ਬਦਲ ਜਾਏਗਾ। ਹਜੇ ਮਨੁੱਖ ਦੇ ਜ਼ਿੰਦਗੀ ਜਿਉਣ ਦਾ ਢੰਗ ਦੁਨੀਆ ਵਰਗਾ ਹੈ, ਜਿਵੇਂ ਦੁਨੀਆ ਚੱਲਦੀ ਹੈ ਇਵੇਂ ਇਹ ਚੱਲ ਪੈਂਦਾ। ਕਿਉਂ? ਜੈਸਾ ਸ਼ੁਰੂ ਤੋਂ ਸਿੱਖਿਆ ਵੈਸਾ ਹੀ ਮਨ ਹੈ। ਜਿਵੇਂ ਇੱਕ ਬੱਚਾ ਹੈ, ਬੱਚੇ ਨੂੰ ਜੋ ਕੁਝ ਅਸੀਂ ਸਿਖਾਇਆ ਹੈ, ਜੇ ਬੱਚੇ ਅੱਗੇ ਸ਼ੀਸ਼ਾ ਪਿਆ ਹੈ, ਉਹ ਪੁੱਛੇ ਇਹ ਕੀ ਹੈ, ਬੱਚੇ ਅਕਸਰ ਪੁੱਛਦੇ ਨੇ ਇਹ ਕੀ ਹੈ। ਜੇ ਉਹਨੂੰ ਕਹਿ ਦਈਏ ਇਹ ਬਹੁਤ ਮਾੜੀ ਚੀਜ਼ ਹੈ, ਇਹਨੂੰ ਨਾ ਹੱਥ ਲਾਈ, ਛੋਟੀ ਉਮਰ ਤੋਂ ਉਹਨੂੰ ਕਹਿੰਦੇ ਰਹੀਏ, ਬੱਚਾ ਸਾਰੀ ਉਮਰ ਸ਼ੀਸ਼ੇ ਅੱਗੇ ਨਹੀਂ ਖੜਾ ਹੋਏਗਾ। ਜੇ ਖੜਾ ਵੀ ਹੋਏਗਾ, ਡਰ ਡਰ ਕੇ ਖੜਾ ਹੋਏਗਾ। ਮੈਂ ਆਪ ਦੇ ਸਾਹਮਣੇ ਇੱਕ ਛੋਟੀ ਜਿਹੀ ਗਾਥਾ ਕਵਾਂ। ਦੁਨੀਆ ਦੇ ਵਿੱਚ ਨੈਪੋਲੀਅਨ ਤੇ ਨੈਲਸਨ ਦਾ ਜੰਗ ਹੋਇਆ। ਨੈਪੋਲੀਅਨ ਬੜਾ ਵੱਡਾ ਯੋਧਾ ਸੀ, ਪਰ ਛੋਟੀ ਉਮਰ 'ਚ ਉਹਦੀ ਛਾਤੀ ਤੇ ਆ ਕੇ ਬਿੱਲੀ, ਉਹਦੀ ਮਾਤਾ ਨਹੀਂ ਸੀ, ਬਿੱਲੀ ਆ ਗਈ ਉਹਦੇ ਸਾਹਮਣੇ। ਬਿੱਲੀ ਤੋਂ ਐਸਾ ਡਰਿਆ, ਜਿਸ ਦਿਨ ਜੰਗ ਹੋਇਆ ਨਾ, ਨੈਪੋਲੀਅਨ ਬੜਾ ਵੱਡਾ ਯੋਧਾ, ਉਹਨੂੰ ਪਤਾ ਲੱਗ ਗਿਆ ਨੈਲਸਨ ਨੂੰ ਇਹ ਬਿੱਲੀਆਂ ਤੋਂ ਡਰਦਾ ਹੈ। ਜੰਗ ਦੇ ਵਿੱਚ 60-70 ਬਿੱਲੀਆਂ ਹੀ ਲੈ ਕੇ ਆ ਗਿਆ। ਨੈਪੋਲੀਅਨ ਦੇ ਸਾਹਮਣੇ ਲਿਆਂਦੀਆਂ, ਜੰਗ ਹੋਇਆ, ਨੈਪੋਲੀਅਨ ਨੇ ਹਥਿਆਰ ਛੋੜੇ, ਬਿੱਲੀਆਂ, ਸ਼ੇਰਾਂ ਨੂੰ ਪਾੜਨ ਵਾਲਾ ਬਿੱਲੀਆਂ ਤੋਂ ਡਰ ਗਿਆ, ਡਰ ਬਹਿ ਗਿਆ ਅੰਦਰ। ਜਿਹੜੀ ਗੱਲ ਡਰ ਬਹਾ ਦਿੱਤੀ ਜਾਏ, ਸ਼ੁਰੂ ਤੋਂ ਅਸੀਂ ਚੱਲ ਰਹੇ ਹਾਂ, ਸ਼ੁਰੂ ਤੋਂ ਜੋ ਜੋ ਸੰਸਕਾਰ ਦਿੱਤੇ ਨੇ ਉਹ ਬੈਠੇ ਹੋਏ ਨੇ। ਇਸ ਕਰਕੇ ਸ਼ੁਰੂ ਤੋਂ ਆਪਾਂ ਅਕਸਰ ਵੇਖਦੇ ਹਾਂ, ਇੱਕ ਮਾਂ-ਬਾਪ ਜੇ ਕਿਤੇ ਬੱਚਾ ਦੁਨਿਆਵੀ ਤੌਰ ਤੇ ਪੈਸੇ ਦਾ ਨੁਕਸਾਨ ਕਰਦਾ ਹੈ, ਉਹਨੂੰ ਬੜਾ ਝਿੜਕਦਾ ਹੈ। ਜੇ ਕਿਤੇ ਉੱਠ ਕੇ ਨਾਮ ਨਾ ਜਪੇ, ਕੋਈ ਨਹੀਂ ਝਿੜਕਦਾ। ਜੇ ਬੰਦਗੀ ਨਾ ਕਰੇ, ਕੋਈ ਨਹੀਂ ਝਿੜਕਦਾ। ਕਿਉਂ? ਮਾਂ ਬਾਪ ਨੂੰ ਵੀ ਆਰਥਿਕ ਨੁਕਸਾਨ ਦੀ ਨੌਲੇਜ ਹੈ, ਪਰ ਕਿੰਨਾ ਵੱਡਾ ਮਨੁੱਖ ਦਾ ਧਾਰਮਿਕ ਨੁਕਸਾਨ ਹੁੰਦਾ ਹੈ, ਇਹ ਮਾਂ ਬਾਪ ਨੂੰ ਵੀ ਨਹੀਂ ਪਤਾ, ਬੱਚੇ ਨੂੰ ਵੀ ਨਹੀਂ ਦੱਸਿਆ। ਇਸ ਕਰਕੇ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਏ ਸੱਚੇ ਸੌਦੇ ਤੇ ਲਾਏ, ਪਿਤਾ ਨੇ ਆਰਥਿਕ ਨੁਕਸਾਨ ਤੇ ਵੇਖ ਲਿਆ, ਇਹ ਨਹੀਂ ਵੇਖਿਆ ਨੇ ਧਾਰਮਿਕ ਬੜਾ ਵੱਡਾ ਫਾਇਦਾ ਕਰਦੇ, ਉਹ ਨਹੀਂ ਵੇਖਿਆ। ਕਿਉਂ? ਉਹ ਦ੍ਰਿਸ਼ਟੀ ਨਹੀਂ ਹੈ, ਤਾਂ ਹੀ ਕਰਕੇ ਚਪੇੜ ਮਾਰੀ। ਇਸ ਕਰਕੇ ਆਪਣੇ ਬੱਚੇ ਨੂੰ ਅਸੀਂ ਬਚਪਨ ਤੋਂ ਜੋ ਕੁਝ ਅੱਜ ਤਾਈਂ ਸਿੱਖਿਆ ਹੈ, ਉਹ ਸਾਡੇ ਨਾਲ ਹੈ। ਇਸ ਕਰਕੇ ਆਰਥਿਕ ਨੁਕਸਾਨ ਲਈ ਮਨੁੱਖ ਬੜਾ ਸੁਚੇਤ ਹੈ, ਧਾਰਮਿਕ ਨੁਕਸਾਨ ਲਈ ਨਹੀਂ ਹੈ। ਇਸ ਕਰਕੇ ਮਨੁੱਖ ਸੋਚਦਾ ਨਿਤਨੇਮ ਅੱਜ ਨਹੀਂ ਹੋਇਆ, ਫਿਰ ਕੀ ਹੈ, ਕੱਲ ਨੂੰ ਕਰ ਲਵਾਂਗੇ। ਉਹਨੂੰ ਇਹ ਨਹੀਂ ਪਤਾ, ਜੇ ਮਨੁੱਖ ਕਹੇ ਅੱਜ ਦੁਕਾਨ ਨਹੀਂ ਖੋਲੀ, ਕੀ ਹੈ, 15,000 ਦਾ ਨੁਕਸਾਨ ਹੋ ਗਿਆ, ਕਹੇਗਾ 15 ਦਾ, ਮੈਂ ਤੇ 5 ਰੁਪਏ ਦਾ ਨੁਕਸਾਨ ਨਹੀਂ ਜਰ ਸਕਦਾ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਇੱਕ ਇੱਕ ਸਵਾਸ ਦੇ ਵਿੱਚ ਨਾਮ ਨਾ ਜਪਣਾ ਬੜੇ ਵੱਡੇ ਨੁਕਸਾਨ ਦੀ ਦਿਸ਼ਾ ਹੈ। ਇੱਕ ਇੱਕ ਸਾਹ ਦੇ ਨਾਲ ਨਾਮ ਜਪਣਾ, ਇੱਕ ਇੱਕ ਸਾਹ ਨੂੰ ਛੱਡੀ ਜਾਣਾ ਬੜਾ ਵੱਡਾ ਨੁਕਸਾਨ। ਅਸਲ ਦੇ ਵਿੱਚ ਨੈਪੋਲੀਅਨ ਬਿੱਲੀ ਤੋਂ ਡਰਿਆ, ਦੁਨੀਆ ਦਾ ਇਤਿਹਾਸ ਬਦਲ ਗਿਆ। ਨਹੀਂ ਜੇ ਨੈਪੋਲੀਅਨ ਜਿੱਤ ਜਾਂਦਾ, ਸਾਡੇ ਦੇਸ਼ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ ਹੋਣਾ।
ਇੱਕ ਛੋਟੀ ਜੀ ਘਟਨਾ ਬੜੇ ਵੱਡੇ ਇਤਿਹਾਸ ਬਦਲ ਦਿੰਦੀ ਹੈ। ਇੱਕ ਮਾਂ ਨੇ ਛੋਟੀ ਜੀ ਗੱਲ ਬੱਚੇ ਨੂੰ ਦੱਸੀ ਹੋਏ ਜ਼ਿੰਦਗੀ 'ਚ ਕਈ ਵਾਰੀ ਬੱਚੇ ਨੂੰ ਬਦਲ ਦਿੰਦੀ ਹੈ। ਇਸ ਕਰਕੇ ਮਨੁੱਖ ਰੋਜ਼-ਰੋਜ਼ ਸੰਗਤ 'ਚ ਆ ਕੇ ਆਪਣੇ ਆਪ ਨੂੰ ਬਦਲਣ ਦੀ ਦਿਸ਼ਾ ਵੱਲ ਚੱਲੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਦੀ ਦਾਤ, ਦੇਹ ਅਰੋਗਤਾ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ